दिल्ली जित्ती है, दिल्ली फतेह की है, उदों बाद जथेबंदियां का एक बयान निकल के आउंदा कि हुण चन्नी साहब तैयार हो जाण। जिद्दण ਸਿੰਘੂ ਬਾਰਡਰ ਤੋਂ ਵਿਹਲਾ ਹੋਵਾਂਗੇ ਫਿਰ ਤੋਪਾਂ ਦੇ ਮੂੰਹ ਕਿੱਧਰ ਨੂੰ ਹੁੰਦੇ ਆ ਇਹ ਤਾਂ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ। ਕੁਝ ਇਦਾਂ ਦੀਆਂ ਖਬਰਾਂ ਵੀ ਨਿਕਲ ਕੇ ਆਉਂਦੀਆਂ ਨੇ ਕਿ ਪੰਜਾਬ ਦੀਆਂ ਜਥੇਬੰਦੀਆਂ ਬੜੀਆਂ ਕਾਹਲੀਆਂ ਨੇ ਵਾਪਸ ਪਰਤਣ ਲਈ। ਜਿਹੜਾ ਮੋਰਚੇ ਨੂੰ ਕਦੋਂ ਚੁੱਕਣਾ ਕਦੋਂ ਵਾਪਸ ਕਰਨਾ ਉਹ ਸੰਯੁਕਤ ਮੋਰਚੇ ਨੇ ਐਲਾਨ ਕਰਨਾ। ਕੈਪਟਨ ਸਰਕਾਰ ਦੀ ਕੋਈ ਹੈਸੀਅਤ ਨਹੀਂ ਸੀ ਇਸ ਕਿਸਾਨ ਅੰਦੋਲਨ ਨੂੰ ਸ਼ੰਭੂ ਜਾਂ ਕਿਤੇ ਵੀ ਰੋਕ ਲੈਂਦੇ। ਸਮੂਹ ਪੰਜਾਬੀ ਹਰ ਰਾਜਨੀਤਿਕ ਆਗੂ ਦਾ ਭੁਲੇਖਾ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਕਰ ਦੇਣਗੇ। ਚੰਨੀ ਸਰਕਾਰ ਦੇ ਸਿਰਫ ਹਵਾਈ ਐਲਾਨ ਆ ਜਾਂ ਜਿਹੜੇ ਸੜਕਾਂ ਦੇ ਉੱਤੇ ਬੋਰਡ ਲੱਗੇ ਆ ਉਹ ਐਲਾਨ ਉਹਨਾਂ ਬੋਰਡਾਂ ਤੱਕ ਸੀਮਤ ਆ। ਧਰਤੀ ਉੱਤੇ ਕੋਈ ਵੀ ਐਲਾਨ ਅਜੇ ਤੱਕ ਕੋਈ ਵੀ ਪੂਰਾ ਨਹੀਂ ਹੋਇਆ। ਉਮੀਦ ਰੱਖੀ ਜਾਵੇ ਕੋਈ ਇਦਾਂ ਦੀ ਚਰਚਾ ਚੱਲਦੀ ਹੈ ਕੋਈ ਸਿਆਸੀ ਧਿਰ ਪੰਜਾਬ ਦੇ ਵਿੱਚ ਜਥੇਬੰਦੀਆਂ ਖੜੀਆਂ ਕਰਨ ਜਾ ਰਹੀਆਂ ਨੇ। ਪੰਜਾਬ ਦਾ ਮਾਹੌਲ ਕੀ ਹੈ ਉਹ ਪੰਜਾਬੀਆਂ ਦੀਆਂ ਭਾਵਨਾਵਾਂ ਦੇ ਅਨੁਸਾਰ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਜਥੇਬੰਦੀਆਂ ਇਹਦੇ ਤੇ ਕੋਈ ਫੈਸਲਾ ਕਰਨ। ਦਿੱਲੀ ਦੇ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ ਦੀ ਵੱਡੀ ਜਿੱਤ। 3 ਖੇਤੀਬਾੜੀ ਕਾਨੂੰਨ ਸੰਸਦ 'ਚ ਵੀ ਰੱਦ ਹੋ ਚੁੱਕੇ ਨੇ, ਰਾਸ਼ਟਰਪਤੀ ਦੀ ਮੋਹਰ ਵੀ ਲੱਗ ਚੁੱਕੀ ਹੈ ਤੇ MSP ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਕਮੇਟੀ ਬਣਾਉਣ ਦੀ ਕਵਾਇਦ ਵੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ। ਹੁਣ ਇੱਕ ਗੱਲ ਦਾ ਇਸ ਸਮੇਂ ਥੋੜਾ ਆਮ ਲੋਕਾਂ ਦੇ ਵਿੱਚ ਭਰਮ ਭੁਲੇਖਾ ਜਿਹਾ ਚੱਲਦਾ ਪਿਆ ਕਿ ਕੀ ਅੰਦੋਲਨ ਖਤਮ ਹੋ ਗਿਆ ਆ, ਵਾਪਸੀ ਅੱਜ ਕਰ ਰਹੇ ਆ, ਭੜਕ ਕਰ ਰਹੇ ਆ, ਪਰਸੋਂ ਕਰ ਰਹੇ ਆ, ਪਰ ਵਿੱਚ ਵਿਚਾਲੇ ਜਦੋਂ ਇਹ ਗੱਲਾਂ ਨਿਕਲ ਕੇ ਆ ਜਾਂਦੀਆਂ ਕਿ ਨਹੀਂ ਅਜੇ ਕਮੇਟੀ ਦੇ ਉੱਤੇ ਵੀ ਸਹਿਮਤੀਆਂ ਨਹੀਂ ਹੈ, ਅਜੇ 4 ਤਰੀਕ ਦੀ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਦੇ ਵਿੱਚ ਆਖਰੀ ਫੈਸਲਾ ਲਿਆ ਜਾਣਾ ਤਾਂ ਜਾ ਕੇ ਪਤਾ ਲੱਗੇਗਾ। ਸੋ ਇਹ ਭਰਮ ਭੁਲੇਖੇ ਅਜੇ ਜਿਹੜੇ ਬਣੇ ਹੋਏ ਆ, ਜਿਹੜੀ ਦੁਚਿੱਤੀ ਦੀ ਸਥਿਤੀ ਹੈ, ਇਸ ਦੁਚਿੱਤੀ ਦੀ ਸਥਿਤੀ ਦੀਆਂ ਅਸਲ ਹਕੀਕੀ ਸਥਿਤੀਆਂ ਕੀ ਨੇ, ਅਸਲ ਹਕੀਕਤ ਕੀ ਹੈ, ਇਹ ਜਾਣਨ ਦੇ ਲਈ ਆਪਾਂ ਗੱਲਬਾਤ ਕਰਾਂਗੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਨੀ ਹੋਰਾਂ ਦੇ ਨਾਲ। ਸਾਨੀ ਸਾਹਿਬ, ਸਥਿਤੀਆਂ ਜਿਹੜੀਆਂ ਲੋਕ ਇਸ ਵੇਲੇ ਖੁਸ਼ੀ ਤਾਂ ਮਨਾ ਹੀ ਰਹੇ ਆ ਕਿ ਅੰਦੋਲਨ ਜਿੱਤ ਲਿਆ, ਪਰ ਨਾਲ ਇੱਕ ਗੱਲ ਦੀ ਮਨ ਦੇ ਵਿੱਚ ਇੱਥੇ ਪੰਜਾਬ 'ਚ ਬੈਠੇ ਜਿਹੜੇ ਧਰਨੇ 'ਚ ਬੈਠੇ ਉਹਨਾਂ ਨੂੰ ਪਤਾ ਕਿ ਉੱਥੇ ਕੀ ਹੋ ਰਿਹਾ, ਪਰ ਜਿਹੜੇ ਪੰਜਾਬ 'ਚ ਬੈਠੇ ਲੋਕ ਆ ਉਹ ਜਾਣਨਾ ਚਾਹੁੰਦੇ ਆ ਕਿ ਕੀ ਕਿਸਾਨ ਉੱਥੋਂ ਉੱਠ ਕੇ ਆ ਰਹੇ ਨੇ, ਜਥੇਬੰਦੀਆਂ ਵਾਪਸ ਪਰਤ ਰਹੀਆਂ ਨੇ, ਜਾਂ ਜਿੱਦਾਂ ਕਦੀ ਵਿੱਚੋਂ ਲੀਡਰਾਂ ਦੇ ਬਿਆਨ ਆ ਜਾਂਦੇ ਨਾ ਭਾਈ ਅਜੇ ਤਾਂ ਹੋਰ ਬੈਠਣਾ ਪਏਗਾ, ਅਜੇ ਬਾਕੀ ਮੰਗਾਂ ਮੰਨਣੀਆਂ ਬਾਕੀ ਹੈ। ਕੀ ਹਾਲਾਤ ਕੀ ਹੈ? ਦੇਖੋ, ਕਿਸਾਨ ਅੰਦੋਲਨ ਜਿਹੜਾ ਪਿਛਲੇ 1 ਸਾਲ ਤੋਂ ਜਸਵੀਰ ਜੀ ਆਰੰਭ ਹੋਇਆ ਸੀ ਉਹਦਾ ਪਹਿਲਾ ਪੜਾਅ ਜਿਹੜਾ ਉਹਦੇ 'ਚ ਜਿੱਤ ਪ੍ਰਾਪਤ ਕੀਤੀ ਹੈ। ਸਾਰੇ ਕਿਸਾਨੀ ਅੰਦੋਲਨ ਦੀ ਇਹ ਵੱਡੀ ਪ੍ਰਾਪਤੀ ਆ, ਸ਼ਾਇਦ ਦੇਸ਼ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਅੰਦੋਲਨ ਆ ਜਿਹੜੇ ਜਿਸ ਮਕਸਦ ਲਈ ਲੈ ਕੇ ਆਪਾਂ ਉਹ ਸ਼ੁਰੂ ਕੀਤਾ ਸੀ ਉਹਦਾ ਮੁੱਢਲਾ ਪੜਾਅ ਕਿਸਾਨਾਂ ਨੇ ਫਤਿਹ ਕਰ ਲਿਆ। 3 ਖੇਤੀ ਕਾਨੂੰਨਾਂ ਦੀ ਇੱਕੋ ਹੀ ਦਿਨ ਪਾਰਲੀਮੈਂਟ ਰਾਜ ਸਭਾ ਦੇ ਵਿੱਚੋਂ ਤੇ ਲੋਕ ਸਭਾ ਦੇ ਵਿੱਚੋਂ ਪਾਸ ਹੋ ਜਾਣਾ, ਇਹ ਸ਼ਾਇਦ ਇਤਿਹਾਸ ਵਿੱਚ ਪਹਿਲੀ ਵਾਰੀ ਵਾਪਰਿਆ ਕਿ ਪਾਰਲੀਮੈਂਟ ਦੇ ਪਹਿਲੇ ਦਿਨ, ਨਹੀਂ ਤਾਂ ਆਮ ਤੌਰ 'ਤੇ ਸ਼ਰਧਾਂਜਲੀਆਂ ਹੁੰਦੀਆਂ। ਸਰਕਾਰ ਜਿਹੜੀ ਇਹ ਕ੍ਰਿਸ਼ੀ ਕਾਨੂੰਨਾਂ ਦੇ ਉੱਤੇ ਸੋਧਾਂ ਤੋਂ ਬਿਨਾਂ ਗੱਲ ਕਰਨ ਨੂੰ ਤਿਆਰ ਨਹੀਂ ਸੀ। ਇਹ ਵਾਪਸ ਨਹੀਂ ਹੋਣਗੇ, ਇਹ ਕਿਸਾਨਾਂ ਦੇ ਫਾਇਦੇ ਲਈ ਹੈ। ਸਰਕਾਰ ਦਾ ਜਿਹੜਾ ਝੂਠ ਸੀ ਉਹਨੂੰ ਦੇਸ਼ ਦੀ ਜਨਤਾ ਨੇ ਬਿਲਕੁਲ ਰੱਦ ਕਰ ਦਿੱਤਾ। ਇਹ ਕਿਸਾਨ ਅੰਦੋਲਨ ਦੀ ਇੱਕ ਬਹੁਤ ਵੱਡੀ ਇਤਿਹਾਸਕ ਪ੍ਰਾਪਤੀ ਆ। ਰਾਸ਼ਟਰਪਤੀ ਦੀ ਮੋਹਰ ਲੱਗ ਚੁੱਕੀ ਇਹਦੇ ਤੇ, ਲੇਕਿਨ ਇਹਦੇ ਨਾਲ ਫਸਲਾਂ ਦੀ ਜਿਹੜੀ ਘੱਟੋ ਘੱਟ ਸਮਰਥਨ ਮੁੱਲ MSP ਦੀ ਕਿਸਾਨਾਂ ਦੀ ਮੰਗ ਸੀ ਉਹ ਅਜੇ ਬਰਕਰਾਰ ਖੜੀ ਹੈ। ਅੰਦੋਲਨ ਦੌਰਾਨ ਜਿਹੜੇ ਪੰਜਾਬ, ਹਰਿਆਣਾ ਤੇ ਸਾਰੇ ਦੇਸ਼ ਦੇ ਵਿੱਚ ਕਿਸਾਨਾਂ ਦੇ ਉੱਤੇ BJP ਸਰਕਾਰ ਨੇ ਜਾਂ ਵੱਖ-ਵੱਖ ਸਰਕਾਰਾਂ ਨੇ ਜਿਹੜੇ ਪਰਚੇ ਦਰਜ ਕੀਤੇ ਸੀ ਉਹਨਾਂ ਦੀ ਮੁਕੰਮਲ ਵਾਪਸੀ ਦਾ ਐਲਾਨ ਬੇਸ਼ੱਕ ਹੋ ਚੁੱਕਾ, ਲੇਕਿਨ ਅਲੱਗ-ਅਲੱਗ ਕੈਟਾਗਰੀ ਦੇ ਪਰਚੇ ਹੁੰਦੇ ਆ। ਜਿੰਨਾ ਚਿਰ ਉਹਨਾਂ ਤੇ ਬੈਠ ਕੇ ਕੋਈ ਟੇਬਲ ਟਾਕ ਸਰਕਾਰ ਵਾਅਦਾ ਨਹੀਂ ਕਰਦੀ, ਕੋਈ ਗਰੰਟੀ ਨਹੀਂ ਹੁੰਦੀ। ਅੰਦੋਲਨ ਸਮਾਪਤੀ ਤੋਂ ਬਾਅਦ ਕੁਝ ਕੇਸ ਵਾਪਸ ਰਹਿ ਜਾਂਦੇ ਆ ਜਿਹੜੇ ਫਿਰ ਕੁਝ ਸਾਡੇ ਵੀਰਾਂ ਲਈ ਗਲੇ ਦੀ ਹੱਡੀ ਬਣ ਜਾਂਦੇ ਆ। ਇਸ ਤੋਂ ਬਿਨਾਂ ਸਰਕਾਰ ਦੀ ਵੱਡੀ ਅਣਗਹਿਲੀ ਸੀ ਜਿਹੜੇ ਐਮਰਜੈਂਸੀ ਵਿੱਚ ਆਰਡੀਨੈਂਸ ਜਾਰੀ ਕੀਤੇ ਉਹਨਾਂ ਨੂੰ ਵਾਪਸ ਕਰਾਉਣ ਲਈ 700 ਦੇ ਲਗਭਗ ਕਿਸਾਨਾਂ ਨੂੰ ਆਪਣੀਆਂ ਜਾਨਾਂ ਦੀ ਆਹੂਤੀ ਦੇਣੀ ਪਈ। ਉਹਨਾਂ ਪਰਿਵਾਰਾਂ ਲਈ ਸਰਕਾਰ ਕੀ ਕਰਦੀ ਹੈ? ਹਜੇ ਤੱਕ ਤਾਂ ਸਰਕਾਰ ਮੁੱਕਰ ਰਹੀ ਹੈ ਕਿ ਸਾਡੇ ਕੋਲ ਅੰਕੜਾ ਹੈ ਨਹੀਂ, ਸਾਡੇ ਕੋਲ ਰਿਕਾਰਡ ਹੈ ਨਹੀਂ, ਅਸੀਂ ਉਹਨਾਂ ਪਰਿਵਾਰਾਂ ਨੂੰ ਕੁਝ ਨਹੀਂ ਦੇ ਸਕਦੇ। ਲੇਕਿਨ ਸਰਕਾਰ ਨੂੰ ਇਹ ਵੀ, ਜੇ ਸਰਕਾਰ ਨੇ ਬਿੱਲ ਵਾਪਸ ਲੈ ਕੇ ਮਾਫੀ ਮੰਗ ਲਈ ਤੇ ਉਹਨਾਂ ਕਿਸਾਨਾਂ ਦੀਆਂ ਜਾਨਾਂ ਦਾ ਜ਼ਿੰਮੇਵਾਰੀ ਵੀ ਸਰਕਾਰ ਦੀ ਬਣਦੀ ਹੈ। ਉਹਨਾਂ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ, ਯੋਗ ਪਰਿਵਾਰਾਂ ਨੂੰ ਨੌਕਰੀਆਂ ਦੇਵੇ। ਇੱਕ ਇਹ ਮੰਗ ਹੈ। ਤੇ MSP ਦੇ ਉੱਤੇ ਜਿਹੜੀ ਕਮੇਟੀ ਬਣਨੀ ਹੈ ਉਹਦੇ ਵਿੱਚ ਹਜੇ ਬੈਠ ਕੇ ਇਹ ਵੀ ਕਲੀਅਰ ਨਹੀਂ ਹੋਇਆ ਕਿ ਉਹ ਕਿੰਨੇ ਮੈਂਬਰੀ ਹੋਏਗੀ। ਬੇਸ਼ੱਕ 5 ਮੈਂਬਰੀ ਕਮੇਟੀ ਦੇ ਨਾਂ, 5 ਮੈਂਬਰਾਂ ਦੇ ਨਾਂ ਕਿਸਾਨ ਜਥੇਬੰਦੀਆਂ ਤੋਂ ਮੰਗ ਲਏ ਗਏ ਆ, ਲੇਕਿਨ ਪਰਸੋਂ ਨੂੰ 4 ਤਰੀਕ ਨੂੰ ਸਿੰਘੂ ਬਾਰਡਰ ਤੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਏਗੀ। ਇਹ ਕਮੇਟੀ ਨੂੰ ਕੰਮ ਕੀ ਸੌਂਪਿਆ ਜਾਣਾ
MSP ਤੇ ਸਿਰਫ ਵਿਚਾਰ ਕਰਨ ਲਈ ਬਣਨੀ ਆ ਕਿ MSP ਦਾ ਖਰੜਾ ਤਿਆਰ ਕਰਨ ਲਈ ਕਮੇਟੀ ਬਣਨੀ ਆ। ਉਹ ਜਿੰਨਾ ਚਿਰ ਉਹਦੇ ਰੂਲ ਆਫ ਰੈਗੂਲੇਸ਼ਨ ਉਹਨੂੰ ਕਮੇਟੀ ਨੇ ਕੰਮ ਕੀ ਕਰਨਾ, ਕਿੰਨੇ ਚਿਰ 'ਚ ਸਮਾਪਤੀ ਕਰਨੀ ਆ, ਉਹਦਾ ਟਾਈਮ ਬਾਉਂਡ ਕੀ ਹੋਏਗਾ, ਜਿੰਨਾ ਚਿਰ ਇਹ ਸਾਰੀਆਂ ਗੱਲਾਂ ਦੀ ਪਿਕਚਰ ਕਲੀਅਰ ਨਹੀਂ ਹੁੰਦੀ ਉਨਾ ਚਿਰ ਸੰਯੁਕਤ ਕਿਸਾਨ ਮੋਰਚੇ ਦਾ ਅੰਦੋਲਨ ਜਿਹੜਾ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਚੱਲਦਾ ਉਹ ਉਨਾ ਚਿਰ ਜਾਰੀ ਰਹੂਗਾ ਜਿੰਨਾ ਚਿਰ ਜਿਹੜੇ ਆ ਰਹਿੰਦੇ ਮੁੱਦੇ ਆ ਇਹਨਾਂ ਦਾ ਠੋਸ ਹੱਲ ਹੋਣ ਦਾ ਕੋਈ ਯਤਨ ਤੇ ਤਸਵੀਰ ਸਾਫ਼ ਨਹੀਂ ਹੁੰਦੀ। ਇਹਦਾ ਮਤਲਬ ਇਹ ਮੰਨ ਲਿਆ ਜਾਵੇ ਕਿ ਹਵਾ 'ਚ ਹੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਮੇਟੀ ਦੀਆਂ, ਅਜੇ ਕਮੇਟੀ ਦੀ ਰੂਪਰੇਖਾ ਕੋਈ ਨਹੀਂ ਆ। ਕੋਰਮ ਦੇ ਵਿੱਚ ਕੌਣ ਹੋਏਗਾ, ਸਰਕਾਰ ਵਾਲੇ ਪਾਸਿਓਂ ਕੌਣ ਹੋਏਗਾ, ਸਟੇਟ ਗਵਰਨਮੈਂਟ ਦੇ ਵੱਲੋਂ ਕੋਈ ਰੱਖਿਆ ਜਾਏਗਾ, ਖੇਤੀਬਾੜੀ ਮਾਹਿਰ ਰੱਖੇ ਜਾਣਗੇ, ਜਥੇਬੰਦੀਆਂ ਦੀ ਨੁਮਾਇੰਦਗੀ ਕਿੰਨੀ ਹੋਏਗੀ। ਜੇ ਕੱਲ ਭਲਕ ਨੂੰ ਕਿਸੇ ਨੁਕਤੇ ਦੇ ਉੱਤੇ ਆਣ ਕੇ ਕਮੇਟੀ 'ਚ ਵੀ ਗੱਲ ਫਸ ਜਾਂਦੀ, ਅਗਲੇ ਕਹਿਣ ਵੋਟਾਂ ਪਵਾ ਲੈਂਦੇ ਆ, ਕੌਣ ਪੱਖ 'ਚ ਹੈ, ਤੇ ਫਿਰ ਕਿਸਾਨ ਜਥੇਬੰਦੀਆਂ ਦੀ ਨੁਮਾਇੰਦਗੀ ਜਿੰਨੀ ਉੱਥੇ ਹੋਏਗੀ ਜੇ ਘੱਟ ਹੋਈ ਫਿਰ ਤਾਂ ਸਿੱਧੇ ਤੌਰ ਤੇ ਮੰਨ ਕੇ ਚੱਲੋ ਕਿ ਵੀ ਸਿਰਫ ਕੰਡਿਆਂ ਤੋਂ ਘੜੀਸਣ ਵਾਲੀ ਗੱਲ ਹੀ ਹੈ। ਨਹੀਂ, ਇਕੱਲੀ ਫਾਰਮੈਲਿਟੀ ਵਾਲੀ ਕਮੇਟੀ ਨੂੰ ਸੰਯੁਕਤ ਮੋਰਚਾ ਕਦੇ ਸਵਿਫਟ ਨਹੀਂ ਕਰੇਗਾ, ਨਾ ਕਿਸਾਨ ਉਹਨੂੰ ਪ੍ਰਵਾਨ ਕਰਨਗੇ। ਜੇ ਤਾਂ ਉਸ ਕਮੇਟੀ ਦਾ ਪਹਿਲਾਂ ਤਾਂ ਕੰਮ ਸਪਸ਼ਟ ਹੋਵੇ ਕਿ ਉਸ ਕਮੇਟੀ ਨੂੰ ਕੰਮ ਕੀ ਸੌਂਪਿਆ ਜਾਣਾ। ਜੇ ਕਮੇਟੀ ਨੇ ਸਿਰਫ ਵਿਚਾਰਾਂ ਹੀ ਕਰਨੀਆਂ ਵੀ MSP ਹੋਣੀ ਚਾਹੀਏ ਨਹੀਂ ਹੋਣੀ ਚਾਹੀਏ, ਸਾਨੂੰ ਤਾਂ ਉਹ ਕਮੇਟੀ ਸਵੀਕਾਰ ਹੋਏਗੀ ਜਿਹੜਾ ਇਹਦੇ ਤੇ ਠੋਸ ਵਰਕ ਕਰਕੇ ਕੁਝ ਸਮੇਂ ਦੇ ਵਿੱਚ ਨਿਸ਼ਚਿਤ ਕਰ ਦੇਵੇ ਵੀ ਇੰਨੇ ਚਿਰ ਦੇ ਬਾਅਦ MSP ਤੇ ਗਰੰਟੀ ਕਾਨੂੰਨ ਸਰਕਾਰ ਬਣਾ ਦੇਵੇ। ਉਹਦੇ ਵਿੱਚ ਮੈਂਬਰਾਂ ਦੀ ਗਿਣਤੀ, ਜਦੋਂ ਸਰਕਾਰ ਨੇ ਆਪਣੀ ਗਲਤੀ ਸਵੀਕਾਰ ਕਰਕੇ ਕਾਨੂੰਨ ਵਾਪਸ ਲੈ ਲੈ, ਚਾਹੀਦਾ ਤਾਂ ਇਹ ਹੈ ਇੱਕ ਪਾਸੜ ਕਦੇ ਫੈਸਲੇ ਨਹੀਂ ਹੁੰਦੇ। ਕਿਸਾਨ ਜਥੇਬੰਦੀਆਂ ਨਾਲ ਬੈਠ ਕੇ, ਚਾਹੇ ਥੋੜ੍ਹੇ ਮੈਂਬਰਾਂ ਨਾਲ ਬੈਠ ਕੇ, ਸਰਕਾਰ ਨੂੰ ਉਹਦੇ ਤੇ ਬੈਠ ਕੇ ਚਰਚਾ ਕਰਨੀ ਚਾਹੀਦੀ ਆ। ਇਹ ਸਾਰੀ ਪਿਕਚਰ ਕਲੀਅਰ ਕਰਕੇ ਜਿਹੜੇ ਤੌਖਲੇ ਨੇ ਦੇਸ਼ ਦੇ ਕਿਸਾਨਾਂ ਵਿੱਚ, ਕਿਸਾਨ ਜਥੇਬੰਦੀਆਂ ਦੇ ਵਿੱਚ, ਜਿੰਨਾ ਚਿਰ ਉਹ ਦੂਰ ਨਹੀਂ ਹੁੰਦੇ ਉਨਾ ਚਿਰ ਭਰਮ ਭੁਲੇਖੇ ਬਣੇ ਰਹਿਣਗੇ, ਬੇਵਿਸ਼ਵਾਸੀ ਬਣੇ ਰਹੇਗੀ। ਇਹ ਹੁਣ ਸਰਕਾਰ ਦਾ ਮੁੱਢਲਾ ਫਰਜ਼ ਬਣਦਾ। ਸਰਕਾਰ ਕਿੰਨੀ ਛੇਤੀ ਭਰੋਸਾ ਬਹਾਲ ਕਰਦੀ ਆ, ਇਹ ਸਰਕਾਰ ਦੀ ਡਿਊਟੀ ਬਣਦੀ ਆ। ਐਵੇਂ ਹਵਾ 'ਚ ਬਿਆਨ ਦੇ ਕੇ ਜਾਂ ਹਵਾ ਦੇ ਵਿੱਚ ਮਤਲਬ ਗੱਲਾਂ ਕਰਕੇ ਇਹਦੇ ਤੇ ਆਪਾਂ ਠੋਸ ਨਤੀਜੇ ਤੇ ਨਹੀਂ ਪਹੁੰਚ ਸਕਦੇ। ਸਰਕਾਰ ਨੂੰ ਟੇਬਲ ਤੇ ਬੈਠ ਕੇ ਕੁਝ ਕਿਸਾਨ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਜਲਦੀ ਹੱਲ ਕਰਨ ਵੱਲ ਅੱਗੇ ਵਧਣਾ ਚਾਹੀਦਾ। ਅੱਛਾ, ਇੱਕ ਹੋਰ ਚਰਚਾ ਚੱਲਦੀ ਪਈ ਆ ਕਿ ਜਥੇਬੰਦੀਆਂ ਨਾ ਕੁਝ ਵੱਖਰੇ ਵੱਖਰੇ ਰੌਂ ਰੱਖਦੀਆਂ ਨਜ਼ਰ ਆ ਰਹੀਆਂ। ਉਹੀ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਥੇਬੰਦੀਆਂ ਜਿਹੜੀਆਂ ਸੀਗੀਆਂ ਇੱਕ ਬੋਲੀ ਬੋਲਿਆ ਕਰਦੀਆਂ ਸੀਗੀਆਂ। ਹੁਣ ਪਤਾ ਲੱਗਦਾ ਜੀ ਹਰਿਆਣੇ ਦੀਆਂ 26 ਕਿਸਾਨ ਜਥੇਬੰਦੀਆਂ ਵੱਖਰੀ ਮੀਟਿੰਗ ਕਰਦੀਆਂ, ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਖਰੀ ਮੀਟਿੰਗ ਕਰਦੀਆਂ, ਟਕੈਤ ਸਾਹਿਬ ਕੁਝ ਹੋਰ ਬੋਲਦੇ ਨੇ। ਤੇ ਇਦਾਂ ਦੀ ਭਾਅ ਨਿਕਲ ਕੇ ਆਉਂਦੀ ਹੈ ਕਿ ਸ਼ਾਇਦ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਅੰਦਰ ਵੀ ਦਰਾਰਾਂ ਆ। ਕੁਝ ਕਹਿੰਦੇ ਚਲੋ ਉੱਠੀਏ ਵਾਪਸ ਆਪਣੇ ਘਰਾਂ ਨੂੰ ਪਰਤੀਏ, ਤੇ ਕੁਝ ਕਹਿੰਦੇ ਨਹੀਂ ਅਜੇ ਸਾਨੂੰ ਲੜਨਾ ਪਏਗਾ, ਅਜੇ ਸਾਨੂੰ ਇੱਥੇ ਖੜਨਾ ਪਏਗਾ। ਦੇਖੋ, ਜਦੋਂ ਦਾ ਅੰਦੋਲਨ ਆਰੰਭ ਹੋਇਆ ਪੰਜਾਬ ਦੀਆਂ 32 ਸੰਗਠਨਾਂ ਜਥੇਬੰਦੀਆਂ ਦੀ ਮੀਟਿੰਗ ਅਲੱਗ ਹੁੰਦੀ ਹੈ, ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਅਲੱਗ ਹੁੰਦੀ ਆ, ਇੱਕ 9 ਮੈਂਬਰੀ ਕਮੇਟੀ ਆ ਉਹਦੀ ਮੀਟਿੰਗ ਅਲੱਗ ਹੁੰਦੀ ਆ। ਜਦੋਂ ਹਰਿਆਣੇ ਨੇ ਕੋਈ ਆਪਣੇ ਫੈਸਲੇ ਕਰਨੇ ਨੇ, ਆਪਣਾ ਡਿਸੀਜਨ ਲੈਣੇ ਹਰਿਆਣੇ ਪੱਧਰ ਦੇ, ਉਹ ਹਰਿਆਣੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਵੱਖਰੀ ਹੁੰਦੀ ਹੈ, ਚ ਕੋਈ ਸ਼ੱਕ ਨਹੀਂ। ਲੇਕਿਨ ਉੱਥੇ ਕੋਈ ਫਰਕ ਨਹੀਂ ਹੈ। ਮੀਡੀਆ ਨੇ ਬੜੀਆਂ ਅਫਵਾਹਾਂ ਫੈਲਾਈਆਂ, ਸਮੁੱਚੀਆਂ ਜਥੇਬੰਦੀਆਂ ਇਕਮੁੱਠ ਹੈ। ਇਹਦੇ ਵਿੱਚ ਕੁਝ ਭਰਮ ਭੁਲੇਖੇ ਪੈਦਾ ਕਰਕੇ ਸਰਕਾਰ ਦਾ ਯਤਨ ਜ਼ਰੂਰ ਸੀ ਕਿ ਲੋਕਾਂ ਵਿੱਚ ਅਫਵਾਹ ਫੈਲਾਈ ਜਾਵੇ, ਸ਼ਾਇਦ ਮੋਰਚੇ ਤੋਂ ਲੋਕ ਉੱਠ ਕੇ ਚਲ ਜਾਣਗੇ। ਮੈਂ ਇਕੱਲਾ ਹੀ ਵਾਪਸ ਆਇਆ। ਮੋਰਚਾ ਜਿੱਦਾਂ ਲੱਗਾ ਹੋਇਆ ਸੀ ਉੱਦਾਂ ਹੀ ਸਾਰੇ ਲੰਗਰ ਚੱਲਦੇ ਆ, ਉੱਦਾਂ ਹੀ ਟਰਾਲੀਆਂ ਖੜੀਆਂ। ਸੰਯੁਕਤ ਮੋਰਚੇ ਦੀ ਮੀਟਿੰਗ 'ਚ ਕੱਲ੍ਹ ਨੂੰ ਕੀ ਫੈਸਲਾ ਹੁੰਦਾ, ਉਹਦੇ ਤੋਂ ਬਾਅਦ ਕੀ ਐਲਾਨ ਹੁੰਦਾ, ਉਹਦੇ ਤੋਂ ਬਾਅਦ ਪਿਕਚਰ ਕਲੀਅਰ ਹੋਏਗੀ। ਸਰਕਾਰ ਨੂੰ ਆਪਣਾ ਫਰਜ਼ ਜਿਹੜਾ ਰਹਿੰਦਾ ਉਹ ਨਿਭਾਉਣਾ ਪਊਗਾ। ਉਨਾ ਚਿਰ ਭੁਲੇਖੇ ਪਾ ਕੇ ਸਰਕਾਰ ਨੇ ਪਹਿਲਾਂ ਵੀ ਪਿਛਲੇ 1 ਸਾਲ ਤੋਂ ਬਹੁਤ ਭੁਲੇਖੇ ਪਾਉਣ ਦਾ ਯਤਨ ਕੀਤਾ, ਮੀਡੀਆ ਦੇ ਵੱਡੇ ਹਿੱਸੇ ਦੇ ਵਿੱਚ ਅੰਦੋਲਨ ਨੂੰ ਬਦਨਾਮ ਕਰਨ ਦਾ ਯਤਨ ਕੀਤਾ। ਜਿਵੇਂ ਪਹਿਲਾਂ ਸਰਕਾਰ ਫੇਲ ਹੋਈ ਹੈ, ਸਰਕਾਰ ਦੀ ਹਰ ਚਾਲ ਮੂਧੇ ਮੂੰਹ ਪਈ ਹੈ, ਹੁਣ ਵੀ ਕੋਈ ਕਾਮਯਾਬ ਨਹੀਂ ਹੋਏਗੀ। ਸਰਕਾਰ ਨੂੰ ਚਾਹੀਦਾ ਆਪਣਾ ਫਰਜ਼ ਡਿਊਟੀ ਸਮਝ ਕੇ ਸਹੀ ਟਰੈਕ ਤੇ ਕਰੇ, ਜਿਹੜਾ ਸਹੀ ਟਰੈਕ ਤੇ ਚੱਲ ਕੇ ਕਿਸਾਨ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਜਿਹੜੀਆਂ ਰਹਿੰਦੀਆਂ ਮੱਦਾਂ ਉਹਦੇ ਤੇ ਜਲਦੀ ਤੋਂ ਜਲਦੀ ਸਹਿਮਤੀ ਬਣਾ ਕੇ ਕਿਸਾਨਾਂ ਨੂੰ ਘਰ ਵਾਪਸ ਸੁੱਖੀ ਸਾਂਦੀ ਭੇਜਣਾ ਇਹ ਸਰਕਾਰ ਦੀ ਡਿਊਟੀ ਬਣਦੀ ਹੈ। ਸੱਚ ਕੀ ਆ ਝੂਠ ਕੀ ਆ ਇਹਦਾ ਨਿਤਾਰਾ ਤੁਸੀਂ ਕਰਦੇ ਹੋ ਆਪਣੇ ਜਵਾਬ ਦੇ ਵਿੱਚ। ਕੁਝ ਇੱਦਾਂ ਦੀਆਂ ਖਬਰਾਂ ਵੀ ਨਿਕਲ ਕੇ ਆਉਂਦੀਆਂ ਨੇ ਕਿ ਪੰਜਾਬ ਦੀਆਂ ਜਥੇਬੰਦੀਆਂ ਬੜੀਆਂ ਕਾਹਲੀਆਂ ਨੇ ਵਾਪਸ ਪਰਤਣ ਲਈ, ਕਾਰਨ ਕਿ ਉਹਨਾਂ ਨੂੰ 3 ਖੇਤੀਬਾੜੀ ਕਾਨੂੰਨ ਹੀ ਵੱਡੀ ਲੜਾਈ ਲੱਗਦੇ ਸੀਗੇ। MSP ਤਾਂ ਪੰਜਾਬ ਤੇ ਹਰਿਆਣੇ ਦੇ ਵਿੱਚ ਮਿਲਦਾ ਹੀ ਹੈ, ਇਸ ਕਰਕੇ ਉਹਨਾਂ ਨੂੰ ਬਹੁਤੀ ਪਰਵਾਹ ਨਹੀਂ। ਤੇ ਉੱਥੇ ਚਰਚਾ ਚੱਲਣ ਲੱਗ ਪਈ ਹੈ ਕਿ ਜਿਹੜੇ ਸੂਬਿਆਂ ਦੇ ਕਿਸਾਨਾਂ ਨੂੰ MSP ਨਹੀਂ ਮਿਲਦਾ ਉਹ 3 ਖੇਤੀਬਾੜੀ ਕਾਨੂੰਨਾਂ ਨਾਲੋਂ ਵੀ ਵੱਡੀ ਲੜਾਈ ਉਹਨਾਂ ਦੀ ਸੀ। ਤੇ ਜੇ ਪੰਜਾਬ ਉੱਥੋਂ ਉੱਠ ਕੇ ਆ ਜਾਂਦਾ ਤੇ ਇਹ ਉਹਨਾਂ ਦੇ ਨਾਲ ਧੋਖਾ ਹੋਏਗਾ। ਉਹਨਾਂ ਦੇ ਨਾਲ ਹੁਣ ਖੜਨ ਦੀ ਲੋੜ ਹੈ, ਉਹਨਾਂ ਦੇ ਨਾਲ ਰਲ ਕੇ ਲੜਨ ਦੀ ਲੋੜ ਹੈ। ਦੇਖੋ, ਪੰਜਾਬ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ। ਪੰਜਾਬ 'ਚੋਂ ਅੰਦੋਲਨ ਨੂੰ ਸ਼ੁਰੂ ਕਰਕੇ ਸਾਰੇ ਦੇਸ਼ ਵਿੱਚ ਲਗਾਇਆ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਜਿਹੜੀ ਪਰਸੋਂ ਮੀਟਿੰਗ ਸੀ, ਮੈਂ ਉਹਦੇ 'ਚ 2 ਦਿਨ 3 ਦਿਨ ਹਾਜ਼ਰ ਰਿਹਾ। ਅਜਿਹੀ ਕੋਈ ਗੱਲ ਨਹੀਂ, ਕਿਸੇ 2-4 ਆਗੂਆਂ ਦੇ ਨਿੱਜੀ ਵਿਚਾਰ ਹੋ ਸਕਦੇ, ਲੇਕਿਨ 32 ਕਿਸਾਨ ਜਥੇਬੰਦੀਆਂ ਦਾ ਜਿਹੜਾ ਸਮੂਹਿਕ ਫੈਸਲਾ ਸੀ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਕਾਦੀਆਂ ਸਾਹਿਬ ਨੇ ਉਦੋਂ ਅਨਾਉਂਸ ਵੀ ਕੀਤਾ ਕਿ ਜਿਹੜਾ ਮੋਰਚੇ ਨੂੰ ਕਦੋਂ ਚੁੱਕਣਾ, ਕਦੋਂ ਵਾਪਸ ਕਰਨਾ, ਉਹ ਸੰਯੁਕਤ ਮੋਰਚੇ ਨੇ ਐਲਾਨ ਕਰਨਾ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਆਪਣੀ ਰਾਏ ਉਹਦੇ 'ਚ ਰੱਖਣੀ ਆ। 32 ਕਿਸਾਨ ਜਥੇਬੰਦੀਆਂ ਕੋਈ ਅਲੱਗ-ਅਲੱਗ ਨਹੀਂ ਹੈਗੀਆਂ, ਉਹਨਾਂ ਦੀ ਵਿਚਾਰਧਾਰਾ ਜ਼ਰੂਰ ਅਲੱਗ-ਅਲੱਗ ਹੈ।
32 ਜਥੇਬੰਦੀਆਂ ਦੇ ਵਿੱਚ ਵੱਖ-ਵੱਖ ਵਿਚਾਰਧਾਰਾ ਦੀਆਂ ਜਥੇਬੰਦੀਆਂ ਬੈਠੀਆਂ, 3-4 ਵਿਚਾਰਧਾਰਾਵਾਂ ਦੇ ਲੋਕ ਨੇ ਉਹਦੇ 'ਚ। ਉਹਨਾਂ ਦੀ ਨਿੱਜੀ ਰਾਏ ਬੇਸ਼ੱਕ ਅਲੱਗ-ਅਲੱਗ ਹੈ, ਲੇਕਿਨ 32 ਦੀਆਂ 32 ਜਥੇਬੰਦੀਆਂ ਦਾ ਸਾਂਝਾ ਫੈਸਲਾ ਉਹ ਸਮੂਹਿਕ ਰੂਪ ਦੇ ਉੱਤੇ, ਜਿਵੇਂ ਪਿਛਲੇ 1 ਸਾਲ ਤੋਂ ਸਾਂਝਾ, ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਂਝਾ ਰਹੇਗਾ। ਅੱਜ ਵੀ ਸਾਂਝਾ, ਆਉਣ ਨੂੰ ਕੋਈ ਕਾਹਲੀਆਂ ਨਹੀਂ। ਜਿੱਦਣ ਸਾਰੇ ਦੇਸ਼ ਦੀਆਂ ਜਥੇਬੰਦੀਆਂ ਅੰਦੋਲਨ ਦੇ ਉੱਤੇ ਮੁਕੰਮਲ ਐਲਾਨ ਕਰਨਗੀਆਂ, ਉਦੋਂ ਹੀ ਕਿਸਾਨਾਂ ਦੀ ਘਰ ਵਾਪਸੀ ਹੋਏਗੀ। ਉਹਨਾਂ ਚਿਰ ਸਿੰਘੂ ਬਾਰਡਰ ਦੇ ਉੱਤੇ ਪੰਜਾਬ ਦਾ ਕਿਸਾਨ ਮੋਹਰੇ ਹੋ ਕੇ ਡਟਿਆ ਹੈ, ਅੱਜ ਵੀ ਡਟਿਆ ਹੈ ਜੀ। ਅੱਛਾ, ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਮੁੱਖ ਮੰਤਰੀ ਸੀਗੇ ਤੇ ਉਹ ਦਾਅਵਾ ਕਰਿਆ ਕਰਦੇ ਸੀ ਅਸੀਂ ਕਿਸਾਨਾਂ ਦੇ ਨਾਲ ਆ, ਇੱਥੋਂ ਤੱਕ ਵੀ ਉਹਨਾਂ ਨੇ ਕਹਿਤਾ ਸੀਗਾ ਕਿ ਜੇ ਸਾਡੀ ਸਰਕਾਰ ਨਾ ਹੁੰਦੀ ਤਾਂ ਸ਼ੰਭੂ ਬੈਰੀਅਰ ਨਹੀਂ ਟੱਪਣ ਦੇਣਾ ਸੀਗਾ ਕਿਸਾਨਾਂ ਨੂੰ, ਅਸੀਂ ਦਿੱਲੀ ਦੀਆਂ ਸਰਹੱਦਾਂ ਤੱਕ ਪਹੁੰਚਾਇਆ। ਹੁਣ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਰਿਆ ਤੇ ਉਹਨਾਂ ਦਾ ਇੱਕ ਬਿਆਨ ਆਇਆ, ਕਹਿੰਦੇ MSP ਦੀ ਕਾਨੂੰਨੀ ਗਰੰਟੀ ਸੰਭਵ ਹੀ ਨਹੀਂ ਹੈ, ਇਹ ਹੋ ਹੀ ਨਹੀਂ ਸਕਦਾ, ਇਹ ਦਿੱਤਾ ਹੀ ਨਹੀਂ ਜਾ ਸਕਦਾ। ਦੇਖੋ, ਕੈਪਟਨ ਅਮਰਿੰਦਰ ਸਿੰਘ ਕੀ ਬਿਆਨ ਦਿੰਦੇ, ਲੇਕਿਨ ਇਸ ਅੰਦੋਲਨ ਨੇ ਸਾਬਤ ਕਰ ਦਿੱਤਾ ਕਿ ਇਹੋ ਜਿਹੇ ਜਿਹੜੇ ਜਨਤਕ ਅੰਦੋਲਨ ਹੁੰਦੇ ਨੇ ਜਿਹਦੇ 'ਚ ਦੇਸ਼ ਦੀ ਜਨਤਾ ਉੱਠ ਖੜਦੀ ਹੈ, ਉਹਨੂੰ ਕੈਪਟਨ ਅਮਰਿੰਦਰ ਤੱਕ ਕੀ, ਉਹਨੂੰ ਨਰਿੰਦਰ ਮੋਦੀ ਦੀ ਸਰਕਾਰ ਵੀ ਰੋਕ ਨਹੀਂ ਪਾਈ। ਅੰਦੋਲਨ ਸਾਰੇ ਦੇਸ਼ ਦੇ ਵਿੱਚੋਂ ਉੱਠ ਕੇ ਦਿੱਲੀ ਪਹੁੰਚਿਆ। ਹਰਿਆਣੇ ਵਿੱਚ BJP ਦੀ ਸਰਕਾਰ ਸੀ, ਕੈਪਟਨ ਸਰਕਾਰ ਦੀ ਕੋਈ ਹੈਸੀਅਤ ਨਹੀਂ ਸੀ। ਇਸ ਕਿਸਾਨ ਅੰਦੋਲਨ ਨੂੰ ਸ਼ੰਭੂ ਜਾਂ ਕਿਤੇ ਵੀ ਰੋਕ ਲੈਂਦੇ। ਜੇ ਕੈਪਟਨ ਸਾਹਿਬ ਨੂੰ ਕੋਈ ਭੁਲੇਖਾ, ਆਉਣ ਵਾਲੇ ਟਾਈਮ ਦੇ ਵਿੱਚ ਉਹ ਜਿਵੇਂ ਮਰਜ਼ੀ ਕੱਢ ਲੈਣ, ਪੰਜਾਬ ਦੀ ਜਨਤਾ ਉਹਨਾਂ ਨੂੰ ਕਿਵੇਂ ਸਵੀਕਾਰ ਕਰਦੀ ਆ। ਰਾਜਨੀਤਿਕ ਫਾਇਦੇ ਲਈ ਬਿਆਨ ਦੇਣੇ ਅਲੱਗ ਗੱਲ ਆ, ਲੇਕਿਨ ਕਿਸਾਨਾਂ ਦੇ ਵਿਰੋਧੀਆਂ ਦੇ ਹੱਥਾਂ 'ਚ ਖੇਡਣਾ, ਇਹ ਕੈਪਟਨ ਸਾਹਿਬ ਕਿਤੇ ਭੁੱਲ ਜਾਣ ਜੇ ਕੋਈ ਉਹਨਾਂ ਦੇ ਭੁਲੇਖੇ ਆ। ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੀ ਜਨਤਾ, ਚਾਹੇ ਕਿਸਾਨ ਹੈ, ਮਜ਼ਦੂਰ ਹੈ, ਸਮੂਹ ਪੰਜਾਬੀ, ਹਰ ਰਾਜਨੀਤਿਕ ਆਗੂ ਦਾ ਭੁਲੇਖਾ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਕਰ ਦੇਣਗੇ। ਇਹ ਉਹਨਾਂ ਦੇ ਰਾਜਨੀਤਿਕ ਬਿਆਨ ਨੇ, ਉਹਦਾ ਜਵਾਬ ਜਨਤਾ ਆਉਣ ਵਾਲੇ ਸਮੇਂ ਦੇ ਵਿੱਚ ਦੇ ਦੇਗੀ। ਉਹਨਾਂ ਦੇ ਬਿਆਨ 'ਚ ਕੋਈ ਮਤਲਬ ਸੱਚਾਈ ਨਹੀਂ। ਅੰਦੋਲਨ ਲੋਕਾਂ ਦੀ ਸਹਾਇਤਾ ਨਾਲ, ਲੋਕਾਂ ਦੇ ਦਮ ਨਾਲ ਦਿੱਲੀ ਪਹੁੰਚਿਆ, ਅੱਜ ਵੀ ਚੱਲ ਰਿਹਾ। ਦੇਸ਼ ਨਹੀਂ ਇਕੱਲੇ, ਦੇਸ਼ ਨਹੀਂ, ਵਿਦੇਸ਼ਾਂ ਦੇ ਵਿੱਚ ਵੀ ਇਸ ਅੰਦੋਲਨ ਦੀ ਜਿਵੇਂ ਗੂੰਜ ਪਈ ਆ। ਇਹ ਅੰਤਰਰਾਸ਼ਟਰੀ ਮੰਚ ਦੇ ਉੱਤੇ ਪਹੁੰਚਿਆ ਅੰਦੋਲਨ ਆ। ਕੈਪਟਨ ਸਾਹਿਬ ਦੀ ਹੈਸੀਅਤ ਹੈ ਨਹੀਂ ਸੀ ਇਸ ਅੰਦੋਲਨ ਦੇ ਰਾਹ 'ਚ ਰੁਕਾਵਟ ਪਾਉਣ ਦੀ। ਕੈਪਟਨ ਹੋਰਾਂ ਦਾ ਤਾਂ ਬਿਆਨ ਸਿਆਸੀ ਤੁਸੀਂ ਮੰਨਦੇ ਹੋ, ਤੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਹੋਰੀ ਜਲੰਧਰ ਆਏ ਸੀ ਪਿਛਲੇ ਦਿਨੀ। ਉਹਨਾਂ ਨੇ, ਕੈਪਟਨ ਸਾਹਿਬ ਕਹਿੰਦੇ MSP ਨਹੀਂ ਦਿੱਤਾ ਜਾ ਸਕਦਾ। ਉਹਨਾਂ ਨੇ ਇਹ ਦਾਅਵਾ ਕਰ ਦਿੱਤਾ ਕਿ ਜੇ ਕੇਂਦਰ ਦੀ ਸਰਕਾਰ MSP ਨਹੀਂ ਦੇਊਗੀ ਤੇ 113 ਫਸਲਾਂ ਦੇ ਉੱਤੇ ਸੂਬਾ ਸਰਕਾਰ ਸਾਡੀ ਜਿਹੜੀ ਆ ਉਹ MSP ਦੇਊਗੀ। ਇਸ ਬਿਆਨ ਨੂੰ ਵੀ ਸਿਆਸੀ ਮੰਨਦੇ ਹੋ ਜਾਂ ਤੁਸੀਂ ਲੱਗਦਾ ਹੈ, ਇਹ ਮਹਿਸੂਸ ਕਰਦੇ ਹੋ ਕਿ ਇੱਕ ਸੰਵਿਧਾਨਕ ਅਹੁਦੇ ਤੇ ਬੈਠ ਕੇ ਜੇ ਕੋਈ ਬੰਦਾ ਗੱਲ ਕਰਦਾ ਤੇ ਇਹਦਾ ਮਤਲਬ ਇਹਨੂੰ ਕਬੂਲ ਕੀਤਾ ਜਾ ਸਕਦਾ, ਇਹਦੇ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ? ਦੇਖੋ, ਪੰਜਾਬ ਦੇ ਰਾਜਨੀਤਿਕ ਆਗੂਆਂ ਦਾ ਜਿਹੜਾ ਪਿਛਲਾ ਟਰੈਕ ਰਿਕਾਰਡ ਆ, ਉਹਨੂੰ ਸਾਹਮਣੇ ਰੱਖ ਕੇ ਤਾਂ ਇਹਦੇ ਤੇ ਬਿਲਕੁਲ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਜੇ ਮਾਨਯੋਗ ਖੇਤੀ ਮੰਤਰੀ ਪੰਜਾਬ ਇਹਨੂੰ ਲਾਗੂ ਕਰਾਉਣਾ ਚਾਹੁੰਦੇ, ਸਰਕਾਰ ਦਾ ਮੁੱਢਲਾ ਫਰਜ਼ ਹੈ, ਪੰਜਾਬ ਸਰਕਾਰ ਦਾ ਫਰਜ਼ ਬਣਦਾ, ਲੇਕਿਨ ਉਹਨੂੰ ਆਪਣੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਕੇ ਇਹਦੀ ਗਰੰਟੀ ਲੈਣ। ਜੇ ਇਹਨੂੰ ਪਹਿਲੀ ਕੈਬਨਿਟ ਵਿੱਚ ਪਾਸ ਨਹੀਂ ਕਰਾਉਂਦੇ, ਸਰਕਾਰ ਰਿਜ਼ਾਈਨ ਦੇ ਕੇ ਬਾਹਰ ਜਾਵੇ। ਇਹ ਸਰਕਾਰ ਘੱਟੋ ਘੱਟ ਇਹਨੂੰ ਕਾਨੂੰਨੀ ਦਸਤਾਵੇਜ਼ ਬਣਾਵੇ, ਚੋਣ ਮੈਨੀਫੈਸਟੋ ਨੂੰ। ਲੀਡਰਾਂ ਦੇ ਵਾਅਦਿਆਂ ਦੇ ਉੱਤੇ ਪੰਜਾਬ ਕੀ ਸਾਰੇ ਦੇਸ਼ ਦੇ ਵਿੱਚ ਕੋਈ ਯਕੀਨ ਕਰਨ ਨੂੰ ਤਿਆਰ ਨਹੀਂ। ਇਹ ਤਾਂ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦਾ ਵਾਅਦਾ ਮੋਦੀ ਸਰਕਾਰ ਨੇ 2014 ਤੋਂ ਪਹਿਲਾਂ ਕੀਤਾ ਸੀ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ, 15 ਲੱਖ ਖਾਤਿਆਂ 'ਚ ਪਾਉਣ ਦਾ ਵਾਅਦਾ ਕੀਤਾ ਸੀ, ਪੈਟਰੋਲ ਡੀਜ਼ਲ 30 ਰੁਪਏ ਲੀਟਰ ਦੇਣ ਦਾ ਵਾਅਦਾ ਕੀਤਾ ਸੀ। ਉਹ ਵਾਅਦੇ ਹਵਾਈ ਵਾਅਦੇ ਸੀ। ਸਗਾ ਜਿਹੜੀ ਪਹਿਲਾਂ ਲੋਕਾਂ ਨੂੰ ਆਰਾਮ ਦੀ ਰੋਟੀ ਮਿਲਦੀ ਸੀ, ਉਹ ਵੀ ਲੋਕ ਖਾਣ ਤੋਂ ਮੁਸ਼ਕਲ ਹੋ ਗਈ। ਲੋਕਾਂ ਰਾਜਨੀਤਿਕ ਆਗੂਆਂ ਤੇ ਕਿਸੇ ਤੇ ਕੋਈ ਵਿਸ਼ਵਾਸ ਨਹੀਂ ਰਹਿ ਗਿਆ। ਸਾਨੀ ਸਾਹਿਬ, ਦਿੱਲੀ ਜਿੱਤੀ ਹੈ, ਦਿੱਲੀ ਫਤਿਹ ਕੀਤੀ ਹੈ, ਉਦੋਂ ਬਾਅਦ ਜਥੇਬੰਦੀਆਂ ਦਾ ਇੱਕ ਬਿਆਨ ਨਿਕਲ ਕੇ ਆਉਂਦਾ ਕਿ ਹੁਣ ਚੰਨੀ ਸਾਹਿਬ ਤਿਆਰ ਹੋ ਜਾਣ, ਕਿਉਂਕਿ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਕਿਸਾਨੀ ਕਰਜ਼ੇ ਜਿਹੜੇ ਆ ਉਹ ਮਾਫ ਕਰ ਦੇਣੇ ਆ, ਤੇ ਅਜੇ ਤੱਕ ਉਹਦੇ ਵਿੱਚੋਂ ਕਹਿ ਸਕਦੇ ਪਰਾਗੇ 'ਚੋਂ ਪੂਣੀ ਕੱਤੀ ਆ ਤੇ ਉਹਦੇ ਤੋਂ ਗਾਂਹ ਗੱਲ ਨਹੀਂ ਵਧੀ। 4600 ਕਰੋੜ ਦੇ ਕਰਜ਼ੇ ਮਾਫ ਹੋਇਆ 72000 ਕਰੋੜ ਦੇ ਕਰਜ਼ਿਆਂ ਦੇ ਵਿੱਚੋਂ, ਤੇ ਕਹਿੰਦੇ ਫਿਰ ਚੰਡੀਗੜ੍ਹ ਪੱਕਾ ਮੋਰਚਾ ਅਸੀਂ ਲਾ ਲੈਣਾ, ਤਿਆਰੀ ਇਹਦੇ ਲਈ ਵੀ ਕੱਸੀ ਰੱਖਣ। ਕੋਈ ਇੱਦਾਂ ਦੀ ਵਿਉਂਤਬੰਦੀ ਘੜੀ ਹੈ ਕਿ ਉੱਧਰੋਂ ਆਣ ਕੇ, ਦਿੱਲੀੋਂ ਆਣ ਕੇ ਇੱਧਰ ਪੰਜਾਬ ਦੀ ਸਰਕਾਰ ਨੂੰ ਘੇਰਨਾ, ਜਾਂ ਅਜੇ ਇਹਦੀ ਵਿਉਂਤਬੰਦੀ ਬਣਨੀ ਬਾਕੀ ਹੈ, ਜਾਂ ਅਜੇ ਸਿਰਫ ਥੋੜ੍ਹਾ ਜਿਹਾ ਟੋਇਆ ਜਾ ਰਿਹਾ, ਚੰਨੀ ਸਾਹਿਬ ਨੂੰ ਹਿਲਾਇਆ ਜਾ ਰਿਹਾ ਕਿ ਜਾਗੋ ਭਾਈ, ਪਹਿਲਾਂ ਸਾਡੇ ਆਉਣ ਤੋਂ ਪਹਿਲਾਂ ਹੀ ਸਾਡੇ ਵਾਲਾ ਇਹ ਵੀ ਕੰਮ ਨਿਬੇੜ ਲਓ, ਨਹੀਂ ਤਾਂ ਔਖਾ ਹੋ ਜਾਣਾ ਕੰਮ? ਦੇਖੋ, ਜਥੇਬੰਦੀਆਂ ਜਦੋਂ ਅੰਦੋਲਨ 'ਚ ਕਿਸੇ 'ਚ ਜਿੱਤ ਪ੍ਰਾਪਤ ਕਰਦੀਆਂ, ਉਹਨਾਂ ਦਾ ਮਨੋਬਲ ਵਧਿਆ ਹੁੰਦਾ। ਇਹ ਨੈਚੁਰਲੀ ਹੈ। ਜਦੋਂ ਆਪਾਂ ਇੱਕ ਜਿੱਤ ਪ੍ਰਾਪਤ ਕਰਦੇ ਹਾਂ, ਫਿਰ ਅਗਲੀ ਬਿਆਨ ਦੇਣੇ ਉਹਨਾਂ ਦਾ ਅਧਿਕਾਰ ਬਣ ਜਾਂਦਾ। ਲੇਕਿਨ ਜੋ ਮੈਂ ਮੀਟਿੰਗਾਂ 'ਚ ਹੈਗਾ ਨੋਟ ਕੀਤਾ, ਹਜੇ ਪੰਜਾਬ ਦੀਆਂ 32 ਜਥੇਬੰਦੀਆਂ ਦਾ ਸਾਰਾ ਜ਼ੋਰ ਜਿਹੜਾ ਦਿੱਲੀ ਦਾ ਸਿੰਘੂ ਬਾਰਡਰ, ਟਿੱਕਰੀ ਬਾਰਡਰ, ਜਿੰਨੇ ਸਾਰੇ ਅੰਦੋਲਨ ਆ, ਉਹ ਸਾਰੇ ਅੰਦੋਲਨਾਂ ਦੇ ਉੱਤੇ ਉਹਨੂੰ ਸਮੇਟਣਾ ਕਿਵੇਂ ਆ, ਜੇ ਕੋਈ ਕਮੀ ਰਹਿ ਗਈ ਉਹਨੂੰ ਪੂਰਾ ਕਿਵੇਂ ਕਰਾਉਣਾ। ਹਜੇ ਤੱਕ ਤਾਂ ਸਾਰਾ ਧਿਆਨ ਉੱਧਰ ਆ। ਜਦੋਂ ਸਿੰਘੂ ਬਾਰਡਰ ਤੋਂ ਵਿਹਲਾ ਹੋਵਾਂਗੇ, ਫਿਰ ਤੋਪਾਂ ਦੇ ਮੂੰਹ ਕਿੱਧਰ ਨੂੰ ਹੁੰਦੇ ਆ, ਇਹ ਤਾਂ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ। ਹਜੇ ਉਹਦੇ ਦੇ ਉੱਤੇ ਕੋਈ ਫੈਸਲਾ ਕਲੀਅਰ ਕੱਟ ਨਾ ਕੋਈ ਬਿਆਨ ਦਿੱਤਾ ਜਾ ਮੈਂ ਬਿਆਨ ਦੇਣ ਦੀ ਸਥਿਤੀ ਵਿੱਚ ਆ, ਤੇ ਨਾ ਅਜੇ ਕਲੀਅਰ ਕੱਟ ਕੋਈ ਫੈਸਲਾ ਕੀਤਾ। ਤੇ ਚੰਨੀ ਸਰਕਾਰ ਨੂੰ ਘੱਟੋ ਘੱਟ ਕਰਜ਼ਾ ਤਾਂ ਦੂਰ ਦੀ ਗੱਲ ਆ, ਜਿਹੜੀਆਂ ਛੋਟੀਆਂ ਮਦਾਂ ਤੇ ਲੋਕਾਂ ਨਾਲ ਵਾਅਦੇ ਕੀਤੇ ਆ, ਘੱਟੋ ਘੱਟ ਉਹੀ ਪੂਰੇ ਕਰ ਦੇਵੇ। ਹਜੇ ਤੱਕ ਚੰਨੀ ਸਰਕਾਰ ਦੇ ਸਿਰਫ ਹਵਾਈ ਐਲਾਨ ਆ, ਜਾਂ ਜਿਹੜੇ ਸੜਕਾਂ ਦੇ ਉੱਤੇ ਬੋਰਡ ਲੱਗੇ ਆ, ਉਹ ਐਲਾਨ ਉਹਨਾਂ ਬੋਰਡਾਂ ਤੱਕ ਸੀਮਤ ਆ। ਧਰਤੀ ਉੱਤੇ ਕੋਈ ਵੀ ਐਲਾਨ ਅਜੇ ਤੱਕ ਕੋਈ ਵੀ ਪੂਰਾ ਨਹੀਂ ਹੋਇਆ।
ਤੁਸੀਂ ਕਹਿੰਦੇ ਅਜੇ ਫਾਈਨਲ ਫੈਸਲਾ ਨਹੀਂ ਲਿਆ ਤੇ ਇਧਰ ਚੰਨੀ ਹੋਰੀ ਦਾ ਡਰ ਕੇ ਪ੍ਰਧਾਨ ਮੰਤਰੀ ਹੋਰਾਂ ਨੂੰ ਚਿੱਠੀਆਂ ਵੀ ਲਿਖੀ ਜਾ ਰਹੇ ਆ ਕਿ ਜੀ ਕਰਜ਼ਾ ਸਾਡੇ ਕੋਲ ਨਹੀਂ ਲਾਇਆ ਜਾਣਾ, ਅੱਧਾ ਕ ਤੁਸੀਂ ਲਾ ਦਿਓ, ਅੱਧਾ ਕ ਅਸੀਂ ਲਾ ਦਿੰਦੇ ਆ। ਉਹ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਹੈ ਉਹ ਲੱਗਦਾ ਕਿ ਸੱਚੀਓ ਕਿਸਾਨਾਂ ਦੇ ਹਿੱਤ ਦੇ ਵਿੱਚ ਹੀ ਲਿਖੀ ਹੈ, ਤੇ ਜਾਂ ਇਹਨੂੰ ਇਹ ਕਹਿ ਲਿਆ ਜਾਵੇ ਕਿ ਹੁਣ ਇਸ ਗੱਲ ਨੂੰ ਵੀ ਕੇਂਦਰ ਸਰਕਾਰ ਦੇ ਸਿਰ ਹੀ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਦੇ ਵੱਲੋਂ। ਪੰਜਾਬ ਸਰਕਾਰ ਦੀ ਜੋ ਐਕਚੁਅਲ ਸਥਿਤੀ ਆ ਉਹਨੂੰ ਸਾਰਾ ਪੰਜਾਬ ਜਾਣਦਾ। ਜਿਹੜੇ ਸੁਹਿਰਦ ਲੋਕ ਨੇ, ਪੜ੍ਹੇ ਲਿਖੇ ਲੋਕ ਨੇ, ਜਿਹੜੀ ਸਰਕਾਰ ਦੇ ਉੱਤੇ 3 ਲੱਖ ਕਰੋੜ ਦਾ ਕਰਜ਼ਾ, ਮੁਲਾਜ਼ਮਾਂ ਨੂੰ ਤਨਖਾਹ ਦੇਣ ਨੂੰ ਪੈਸੇ ਹੈ ਨਹੀਂ, ਥਰਮਲ ਪਲਾਂਟ ਕੋਲੇ ਤੋਂ ਖਾਲੀ ਹੈ, ਨਿੱਕੀਆਂ ਗੱਲਾਂ, ਮੁਲਾਜ਼ਮ ਸਾਰੇ ਧਰਨੇ ਦੇ ਉੱਤੇ, ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲਦੀ, ਕਿਸਾਨਾਂ ਨੂੰ ਬਿਜਲੀ ਨਹੀਂ ਮਿਲਦੀ, ਜਿਹੜੀ ਕਿਸਾਨਾਂ ਨੂੰ ਯੂਰੀਆ ਸਪਲਾਈ ਨਹੀਂ ਕਰ ਸਕਦੀ, ਉਹ ਸਰਕਾਰ ਤੋਂ ਕੋਈ ਵੱਡੀਆਂ ਰੱਖਣ ਦੀ ਉਮੀਦ ਮੈਂ ਨਿੱਜੀ ਤੌਰ ਤੇ ਨਹੀਂ ਰੱਖਦਾ। ਉਹ ਬੇਸ਼ੱਕ ਵਾਅਦੇ ਲੱਖ ਕਰ ਲੈਣ, ਲੇਕਿਨ ਇਹ ਰਾਜਨੀਤਿਕ ਪਾਰਟੀਆਂ ਵਾਅਦੇ ਹੀ ਕਰਦੀਆਂ, ਉਹਨੂੰ ਧਰਤੀ ਤੇ ਲਾਗੂ ਨਹੀਂ ਕਰ ਸਕਦੀਆਂ। ਕਾਂਗਰਸ ਸਰਕਾਰ ਦੀ ਆਪਣੀ ਲੜਾਈ ਦੇ ਵਿੱਚ ਪੰਜਾਬ ਹੋਰ ਬਰਬਾਦ ਹੋਇਆ। ਪਿਛਲੇ 5 ਸਾਲਾਂ ਦੇ ਵਿੱਚ ਬੜੇ ਜਿਹੜੇ ਵਾਅਦੇ ਕੀਤੇ ਸੀ ਉਹ ਸਿਰਫ ਲੋਕਾਂ ਦੀਆਂ ਆਸਾਂ ਦੇ ਉੱਤੇ ਨਹੀਂ ਪਾਣੀ ਫੇਰਿਆ। ਮੈਨੂੰ ਤਾਂ ਨਿੱਜੀ ਤੌਰ ਤੇ ਕੋਈ ਉਮੀਦ ਨਹੀਂ ਵੀ ਜਿਹੜਾ 5 ਸਾਲਾਂ ਵਿੱਚ ਕੁਝ ਨਹੀਂ ਹੋਇਆ, 1 ਮਹੀਨੇ ਦੇ ਵਿੱਚ ਇਹਨਾਂ ਕੋਲ ਕਿਹੜੀ ਗਿੱਦੜ ਸਿੰਘੀ ਆ, ਕੋਲਾ ਦੀਨ ਦਾ ਚਿਰਾਗ ਕਿਸੇ ਕੋ ਨਹੀਂ ਹੋਊਗਾ। ਤੇ ਸਾਨੂੰ ਤਾਂ ਬਹੁਤੀ ਉਮੀਦ ਨਿੱਜੀ ਤੌਰ ਤੇ ਹੈ ਨਹੀਂ। ਬੇਸ਼ੱਕ ਜੇ ਉਹਨਾਂ ਨੇ ਵਾਅਦਾ ਕੀਤਾ ਤੇ ਕਰਜ਼ ਮਾਫੀ ਦਾ ਵਾਅਦਾ ਪੂਰਾ ਕਰਨਾ ਚਾਹੀਦਾ, ਨਹੀਂ ਤਾਂ ਘੱਟੋ ਘੱਟ ਲੋਕਾਂ ਤੋਂ ਮਾਫੀ ਜ਼ਰੂਰ ਮੰਗਣ ਵੀ ਅਸੀਂ ਝੂਠ ਬੋਲ ਕੇ ਸਰਕਾਰ ਬਣਾਈ ਹੈ, ਅਸੀਂ ਇਹ ਵਾਅਦੇ ਪੂਰੇ ਕਰਨ ਦੇ ਸਮਰੱਥ ਨਹੀਂ। ਤੇ ਜੇ ਅਗਲੀ ਵੀ ਕੋਈ ਪਾਰਟੀ, ਜਿਹੜੀਆਂ ਕਾਂਗਰਸ ਨੂੰ ਛੱਡ ਕੇ ਦੂਜੀਆਂ ਵੀ ਦੁੱਧ ਧੋਤੀਆਂ ਨਹੀਂ, ਸਾਰੀਆਂ ਨੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ, ਆਪਣੀਆਂ ਤਿਜੋਰੀਆਂ ਭਰੀਆਂ, ਲੇਕਿਨ ਪੰਜਾਬ ਨੂੰ ਕੰਗਾਲ ਕੀਤਾ। ਪੰਜਾਬ ਦੀ ਜਨਤਾ ਦਾ ਕੋਈ ਕਸੂਰ ਨਹੀਂ। ਜੇ ਪੰਜਾਬੀ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਗਿਆ, ਉਹਨੇ ਮਿਸਾਲ ਕਾਇਮ ਕੀਤੀ ਆ, ਦੁਨੀਆ ਭਰ 'ਚ ਪੰਜਾਬੀ ਕਾਮਯਾਬ ਆ। ਪਰ ਇਹਨਾਂ ਰਾਜਨੀਤਿਕ ਲੀਡਰਾਂ ਦੀ ਬਦੌਲਤ, ਇਹਨਾਂ ਦੀਆਂ ਕਾਲੀਆਂ ਕਰਤੂਤਾਂ ਕਰਕੇ ਪੰਜਾਬ ਦੇ ਵਿੱਚ ਕਿਸਾਨ ਖੁਦਕੁਸ਼ੀ ਕਰ ਰਿਹਾ, ਨੌਜਵਾਨ ਬੇਰੁਜ਼ਗਾਰ ਫਿਰ ਰਿਹਾ, ਜਿਹੜੀਆਂ ਸਾਡੀਆਂ ਲੜਕੀਆਂ ਟੀਚਰ ਆ ਉਹ ਸੜਕਾਂ ਤੇ ਧਰਨੇ ਦੇ ਰਹੀਆਂ। ਉਹਦੇ ਲਈ ਸਮੁੱਚੇ ਤੌਰ ਤੇ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹਨੇ ਪੰਜਾਬ ਤੇ ਰਾਜ ਕੀਤਾ ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਆ। ਇਹਨਾਂ ਤੋਂ ਬਹੁਤੀ ਉਮੀਦ ਮੈਂ ਤਾਂ ਨਿੱਜੀ ਤੌਰ ਤੇ ਕੋਈ ਨਹੀਂ ਕਰਦਾ। ਸਵਾਲ ਇਹ ਥੋੜ੍ਹਾ ਜਿਹਾ ਭਵਿੱਖਮੁਖੀ ਹੈ ਕਿ ਅੱਗੇ ਕੀ ਹੋਣਾ, ਪਰ ਮੈਨੂੰ ਲੱਗਦਾ ਕਿ ਤੁਹਾਡੇ ਕੋਲ ਸਪਸ਼ਟ ਜਵਾਬ ਲਾਜ਼ਮੀ ਜਿਹੜਾ ਮਿਲਣਾ ਚਾਹੀਦਾ ਇਹਦਾ। ਨੋ ਵੋਟ ਟੂ ਬੀਜੇਪੀ ਪੱਛਮੀ ਬੰਗਾਲ 'ਚ ਚੱਲਿਆ, ਯੂਪੀ ਦੇ ਲਈ ਵੋਟ ਤੇ ਚੋਟ ਦੀ ਮੁਹਿੰਮ ਆਰੰਭੀ ਗਈ ਸੀ। ਹੁਣ ਜਦੋਂ ਅੰਦੋਲਨ ਖਤਮ ਹੋ ਗਿਆ 2022 ਐਨ ਟਿਕਾਣੇ ਤੇ ਆਣ ਕੇ ਖੜਾ ਹੋ ਗਿਆ, ਬੋਏ ਖੜਕਾਉਣ ਲੱਗ ਪਿਆ, ਚੋਣਾਂ ਆ ਗਈਆਂ ਨੇ, ਕੀ ਪੰਜਾਬ ਦੀਆਂ ਜਥੇਬੰਦੀਆਂ ਜੇ ਅੰਦੋਲਨ ਖਤਮ ਕਰਕੇ ਛੇਤੀ ਵਾਪਸ ਆ ਜਾਂਦੀਆਂ ਨੇ ਤੇ 700 ਤੋਂ ਵੱਧ ਕਿਸਾਨਾਂ ਦੀ ਜਿਹੜੀ ਸ਼ਹਾਦਤ ਹੋਈ ਹੈ ਉਹਨੂੰ ਮੋਹਰੇ ਰੱਖ ਕੇ ਫਿਰ ਚੋਣਾਂ ਦੇ ਵਿੱਚ ਵੋਟ ਪਾਏਗੀ, ਜਾਂ ਇਹ ਜਥੇਬੰਦੀਆਂ ਤੇ तमाम ਅੰਦੋਲਨਕਾਰੀ ਲੋਕ ਸਿਰਫ ਇਸ ਖੁਸ਼ੀ ਦੇ ਵਿੱਚ ਵੋਟ ਪਾਉਣਗੇ ਕਿ 3 ਖੇਤੀਬਾੜੀ ਕਾਨੂੰਨ ਵਾਪਸ ਲੈ ਲਿਆ ਗਿਆ, ਸਾਡੀ ਜਿੱਤ ਹੋ ਗਈ ਹੈ, ਹੁਣ ਸਾਨੂੰ ਕੋਈ ਲੈਣਾ ਦੇਣਾ ਨਹੀਂ ਕੀ ਹੋਇਆ ਤੇ ਕੀ ਨਹੀਂ ਹੋਇਆ, ਅਸੀਂ ਉਸੇ ਮੁਤਾਬਕ ਵੋਟ ਪਾਉਣੀ ਆ। ਦੇਖੋ, ਜਿਵੇਂ ਸਰਕਾਰ ਦਾ ਨਿਰਦਈ ਰਵੱਈਆ ਪਿਛਲੇ 1.5 ਸਾਲ ਤੋਂ ਸੀਗਾ, ਕਿਸਾਨਾਂ ਦੇ ਵਿੱਚ ਜਿਹੜਾ ਗੁੱਸਾ ਬੀਜੇਪੀ ਪ੍ਰਤੀ ਉਹ ਬਿਲਕੁਲ ਨਹੀਂ ਘਟਿਆ। ਪੰਜਾਬ ਦੀਆਂ ਦੂਜੀਆਂ ਰਾਜਨੀਤਿਕ ਪਾਰਟੀਆਂ ਨੇ ਜਿਵੇਂ ਰੋਲ ਉਹਨਾਂ ਨੂੰ ਨਿਭਾਉਣਾ ਚਾਹੀਦਾ ਸੀ ਉਹ ਵੀ ਨਹੀਂ ਨਿਭਾ ਸਕੀਆਂ। ਜਿਹੜੀਆਂ ਆਪੋਜੀਸ਼ਨ 'ਚ ਬੈਠੀਆਂ ਉਹਨਾਂ ਨੇ ਵੀ ਸਿਰਫ ਬਿਆਨਬਾਜ਼ੀ ਤੱਕ ਇਹਦੇ ਤੇ ਸੀਮਤ ਰਹੀਆਂ। ਜੇ ਰਾਜਨੀਤਿਕ ਪਾਰਟੀਆਂ ਆਪਣਾ ਫਰਜ਼ ਨਿਭਾਉਂਦੀਆਂ, ਪੰਜਾਬ ਦਾ ਨਾ ਕਿਸਾਨ ਬਾਰਡਰਾਂ ਤੇ ਰੁਲਦਾ, ਨਾ ਘਰਾਂ ਪਰਿਵਾਰਾਂ ਤੋਂ ਦੂਰ ਰਹਿ ਕੇ ਪੰਜਾਬ ਦਾ ਹਜ਼ਾਰਾਂ ਕਰੋੜ ਰੁਪਈਆ ਬਰਬਾਦ ਹੁੰਦਾ, ਨਾ ਕਿਸਾਨਾਂ ਦੀਆਂ ਸ਼ਹਾਦਤਾਂ ਹੁੰਦੀਆਂ। ਲੇਕਿਨ ਹੋਣਾ ਤਾਂ ਇਹ ਚਾਹੀਦਾ ਕਿ ਪੰਜਾਬ ਦੀਆਂ ਜਿਹੜੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਇਸ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਉਹਨਾਂ ਨੂੰ ਦੀਰਘ ਵਿਚਾਰ ਕਰਕੇ ਪੰਜਾਬ ਦੀ ਭਲਾਈ ਲਈ ਕਿਸੇ ਏਜੰਡੇ ਤੇ ਜੇ ਕੰਮ ਕਰਨਾ, ਉਹਦੇ ਲਈ ਲੰਬੀ ਸੋਚ ਵਿਚਾਰ ਦੀ ਲੋੜ ਹੈ। ਕਿਸੇ ਇੱਕ ਰਾਜਨੀਤਿਕ ਪਾਰਟੀ ਨੂੰ ਹਰਾਉਣ ਲਈ ਦੂਜਾ ਵੀ ਬਦਲ ਕੋਈ ਦਿਸਦਾ ਨਹੀਂ ਸਾਹਮਣੇ। ਇਹਦੇ ਲਈ ਲੰਬੀ ਚਰਚਾ ਕੱਲੀਆਂ ਕਿਸਾਨ ਜਥੇਬੰਦੀਆਂ ਨੂੰ ਨਹੀਂ, ਜਿਹੜੇ ਸੁਹਿਰਦ ਲੋਕ ਨੇ ਪੰਜਾਬ ਦੇ, ਜਿਹੜੇ ਲੋਕ ਸੜਕਾਂ ਤੇ ਰੁਲਦੇ ਆ, ਉਹਨਾਂ ਸਾਰਿਆਂ ਨੂੰ ਬੈਠ ਕੇ ਸਾਂਝੀ ਕੋਈ ਰਾਏ ਬਣਾਉਣ ਦੀ, ਕੋਈ ਸਾਂਝੀ ਵਿਚਾਰ ਨੀਤੀ ਬਣਾਉਣ ਦੀ ਲੋੜ ਹੈ। ਕੱਲੀਆਂ ਕਿਸਾਨ ਜਥੇਬੰਦੀਆਂ ਵੀ ਸ਼ਾਇਦ ਇਹਨਾਂ ਹਾਲਾਤਾਂ ਨੂੰ ਤਬਦੀਲ ਨਹੀਂ ਕਰ ਸਕਦੀਆਂ ਜਿੰਨਾ ਚਿਰ ਸਾਰਾ ਪੰਜਾਬ ਮਤਲਬ ਸਿਰ ਜੋੜ ਕੇ ਬੈਠਣ ਲਈ ਸੋਚਣ ਲਈ ਮਜਬੂਰ ਨਹੀਂ ਹੁੰਦਾ। ਮੈਂ ਹੁਣ ਇੱਕ ਦੋ ਹੀ ਸਵਾਲ ਕਰਨੇ ਆ ਕਿ ਤੁਸੀਂ ਕਿਹਾ ਕਿ ਬਦਲ ਦੇ ਰੂਪ ਦੇ ਵਿੱਚ ਕਈ ਵਾਰੀ ਹੁਣ ਇਸ ਅੰਦੋਲਨ ਦੇ ਦਰਮਿਆਨ ਚਰਚਾ ਚੱਲੀ ਕਿ ਕਿਸਾਨਾਂ ਨੂੰ ਆਪਣੀ ਸਿਆਸੀ ਪਾਰਟੀ ਬਣਾਉਣੀ ਚਾਹੀਦੀ ਹੈ ਤੇ ਚੋਣਾਂ ਦੇ ਵਿੱਚ ਕੁੱਦਣਾ ਚਾਹੀਦਾ। ਇੱਥੋਂ ਤੱਕ ਵੀ ਬਿਆਨ ਆ ਗਿਆ ਕਿ ਕਦ ਤੱਕ ਅਸੀਂ ਉਹਨਾਂ ਹੀ ਪਾਰਟੀਆਂ ਨੂੰ ਕਿਸੇ ਨੂੰ ਹਰਾਤਾ, ਕਿਸੇ ਨੂੰ ਜਿਤਾਤਾ, ਹਾਲਾਤ ਫਿਰ ਉੱਥੇ ਦੇ ਉੱਥੇ ਰਹਿੰਦੇ, ਕਿਉਂ ਨਹੀਂ ਇਹ ਵਾਗਡੋਰ ਵੀ ਅਸੀਂ ਆਪਣੇ ਹੱਥਾਂ 'ਚ ਲੈਣੇ ਨੇ, ਆਪਣੇ ਲਈ ਨੀਤੀਆਂ ਅਸੀਂ ਆਪ ਕਿਉਂ ਨਹੀਂ ਘੜਦੇ। ਤੇ ਹੁਣ ਉਮੀਦ ਰੱਖੀ ਜਾਵੇ, ਕੋਈ ਇੱਦਾਂ ਦੀ ਚਰਚਾ ਚੱਲਦੀ ਹੈ ਕੋਈ ਸਿਆਸੀ ਧਿਰ ਪੰਜਾਬ ਦੇ ਵਿੱਚ ਜਥੇਬੰਦੀਆਂ ਖੜੀਆਂ ਕਰਨ ਜਾ ਰਹੀਆਂ ਨੇ, ਜਾਂ ਅਜੇ ਇਹ ਚੀਜ਼ਾਂ ਜਿਹੜੀਆਂ ਉਹ ਬਹੁਤ ਦੂਰ ਰੱਖੀਆਂ ਗਈਆਂ, ਜਥੇਬੰਦੀਆਂ ਨੇ ਅਜੇ ਵੀ ਆਪਣੇ ਆਪ ਨੂੰ ਪੋਲੀਟੀਕਲ ਹੀ ਰੱਖਿਆ ਹੋਇਆ ਆ ਤੇ ਪੋਲੀਟੀਕਲ ਅਜੇ ਨਹੀਂ ਕਰਨਾ। ਦੇਖੋ, ਜਥੇਬੰਦੀਆਂ ਦਾ ਇਹ ਜਿਹੜਾ ਪਿਛਲਾ ਰਿਕਾਰਡ ਹੈ ਜਾਂ ਅੱਜ ਤੱਕ ਅੰਦੋਲਨ ਦੇ ਵਿੱਚ ਜਥੇਬੰਦੀਆਂ ਗੈਰ ਰਾਜਨੀਤਿਕ ਹੋ ਕੇ ਵਿਚਰ ਰਹੀਆਂ, ਰਾਜਨੀਤਿਕ ਆਗੂਆਂ ਦਾ ਵਿਰੋਧ ਕੀਤਾ, ਕਿਸੇ ਵੀ ਰਾਜਨੀਤਿਕ ਆਗੂ ਨੂੰ ਦਿੱਲੀ ਦੇ ਕਿਸੇ ਮੰਚ ਤੋਂ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹਨਾਂ ਗੱਲਾਂ ਤੇ ਹਜੇ ਤੱਕ ਨਾ ਪੰਜਾਬ ਦੀਆਂ ਜਥੇਬੰਦੀਆਂ ਨੇ, ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਵੀ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਬਿਲਕੁਲ ਨੌਨ ਪੋਲੀਟੀਕਲ ਆ, ਜੇ ਇੱਕ ਵੀ ਉਹਨਾਂ ਦਾ ਬੰਦਾ ਕੋਈ ਪੋਲੀਟੀਕਲ ਚੋਣ ਲੜਦਾ ਤਾਂ ਉਸ ਲਈ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੰਦੇ ਸੀ। ਮੈਂ ਪਿਛਲੇ 5-6 ਸਾਲਾਂ ਤੋਂ ਇਹਨਾਂ ਗੱਲਾਂ ਦਾ ਗਵਾਹ ਹਾਂ। ਲੇਕਿਨ ਜੇ ਕੋਈ ਫੈਸਲਾ ਕਰਨਾ
ਉਹਦੇ ਬਾਰੇ ਅਜੇ ਤੱਕ ਤਾਂ ਫੈਸਲਾ ਨਹੀਂ ਹੋਇਆ। ਕਿਸੇ ਇੱਕ ਦੇ ਆਗੂ ਦੀ ਕੋਈ ਨਿੱਜੀ ਰਾਏ ਹੋ ਸਕਦੀ ਆ, ਲੇਕਿਨ ਸਮੂਹਿਕ ਤੌਰ ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਵੀ ਇਹਦੇ ਤੇ ਹਜੇ ਤੱਕ ਆਪਣਾ ਕੋਈ ਹੋਮਵਰਕ ਨਹੀਂ ਕੀਤਾ ਕਿ ਅੱਗੇ ਕੀ ਕਰਨਾ। ਅੰਦੋਲਨ ਦੀ ਸਮਾਪਤੀ ਤੋਂ ਬਾਅਦ ਹੋ ਸਕਦਾ ਜੇ ਕੋਈ ਇਦਾਂ ਦਾ ਮਾਹੌਲ ਬਣਦਾ, ਪੰਜਾਬ ਆਉਂਦੇ ਆ, ਪੰਜਾਬ ਦੀ ਜਨਤਾ ਕੀ ਕਹਿੰਦੀ ਆ, ਪੰਜਾਬ ਦਾ ਮਾਹੌਲ ਕੀ ਆ, ਉਹ ਪੰਜਾਬੀਆਂ ਦੀਆਂ ਭਾਵਨਾਵਾਂ ਦੇ ਅਨੁਸਾਰ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਜਥੇਬੰਦੀਆਂ ਇਹਦੇ ਤੇ ਕੋਈ ਫੈਸਲਾ ਕਰਨ। ਲੇਕਿਨ ਹਜੇ ਤੱਕ ਇਹਦੇ ਤੇ ਕੋਈ ਗੱਲਬਾਤ ਨਹੀਂ ਹੋਈ, ਕੋਈ ਚਰਚਾ ਨਹੀਂ ਹੋਈ। ਕਿਸੇ ਆਗੂ ਦੀ ਨਿੱਜੀ ਰਾਏ ਨੂੰ ਉਹਦੇ ਬਾਰੇ ਮੈਂ ਕੁਝ ਟਿੱਪਣੀ ਨਹੀਂ ਕਰਨਾ ਚਾਹੁੰਦਾ ਜੀ, ਕਿਸੇ ਆਗੂ ਦੀ ਨਿੱਜੀ ਰਾਏ ਹੈ। ਜੇ ਵਾਪਸ ਆਉਂਦੇ ਆ ਥੋੜ੍ਹੇ ਦਿਨਾਂ 'ਚ ਤੁਸੀਂ ਪੰਜਾਬ ਪਰਤਦੇ ਆ, ਅਜੇ ਕੁਝ ਦਿਨ ਦਾ ਸਮਾਂ ਬਾਕੀ ਹੈ ਚੋਣ ਜ਼ਾਬਤਾ ਲੱਗਣ ਦੇ ਵਿੱਚ। ਪੰਜਾਬ ਦੇ ਲੋਕ ਕਹਿੰਦੇ ਨਹੀਂ, ਜੇ ਇਹ ਐਡੀ ਵੱਡੀ ਲੜਾਈ ਜਿੱਤ ਸਕਦੇ ਤੇ ਸਾਡੇ ਮਸਲਿਆਂ ਦੀ ਲੜਾਈ ਵੀ ਜਿੱਤ ਸਕਦੇ। ਜਥੇਬੰਦੀਆਂ ਨੂੰ ਆਪਣੀ ਪਾਰਟੀ ਬਣਾਉਣੀ ਚਾਹੀਦੀ ਹੈ। ਤੇ ਕੀ ਪਾਰਟੀ ਬਣ ਜਾਏਗੀ ਜੇ ਲੋਕ ਕਹਿਣਗੇ ਤਾਂ? ਦੇਖੋ, ਜੇ ਤਾਂ ਪੰਜਾਬ ਦੀ ਜਨਤਾ ਇੱਕ ਸੁਰ ਹੋ ਕੇ, ਜਿਹੜੇ ਪੰਜਾਬ ਦੇ ਸਹਿਰਦ ਲੋਕ ਨੇ, ਜਿਹੜੇ ਪੰਜਾਬ ਦੇ ਭਲੇ ਲਈ ਫਿਕਰਮੰਦ ਨੇ, ਜਾਂ ਜਿਨ੍ਹਾਂ ਦਾ ਪਿਛਲਾ ਰਿਕਾਰਡ ਆ, ਜਿਨ੍ਹਾਂ ਨੇ ਨਿਰਸਵਾਰਥ ਹੋ ਕੇ ਸੇਵਾ ਕੀਤੀ, ਜਿਨ੍ਹਾਂ ਤੇ ਲੋਕ ਵਿਸ਼ਵਾਸ ਕਰਦੇ ਆ, ਜਿਨ੍ਹਾਂ ਦਾ ਸਮਾਜ ਸਤਿਕਾਰ ਕਰਦਾ, ਜੇ ਤਾਂ ਕੋਈ ਇੱਦਾਂ ਦੀਆਂ ਧਿਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਫਿਰ ਤਾਂ ਸ਼ਾਇਦ ਕੋਈ ਮਾਹੌਲ ਬਣ ਸਕਦਾ। ਲੇਕਿਨ ਇਕੱਲੀ ਰਾਜਨੀਤਿਕ ਪਾਰਟੀ ਬਣਾ ਕੇ ਜਿਵੇਂ ਪਹਿਲੀਆਂ ਰਾਜਨੀਤਿਕ ਪਾਰਟੀਆਂ ਕੰਮ ਕਰਦੀਆਂ, ਮੇਰਾ ਖਿਆਲ ਜੇ ਕਿਸਾਨ ਜਥੇਬੰਦੀਆਂ ਵੀ ਜੇ ਕੋਈ ਉੱਦਾਂ ਦਾ ਕਰਨ ਦਾ ਯਤਨ ਕਰਨਗੀਆਂ, ਸ਼ਾਇਦ ਉਹਨੂੰ ਵੀ ਪੰਜਾਬ ਦੇ ਲੋਕ ਸਵੀਕਾਰ ਨਹੀਂ ਕਰਨਗੇ। ਇਹ ਤਾਂ ਸਾਰੇ ਪੰਜਾਬੀਆਂ ਨੇ ਹੁਣ ਮਿਲ ਕੇ ਸੋਚਣਾ ਕਿ ਪੰਜਾਬ ਨੂੰ ਜੇ ਬਚਾਉਣਾ ਤਾਂ ਬਚਾਉਣ ਲਈ ਸਾਰਿਆਂ ਨੂੰ ਮੈਦਾਨ 'ਚ ਵੀ ਆਉਣਾ ਪਊ, ਸਾਰਿਆਂ ਨੂੰ ਬਣਦਾ ਯੋਗਦਾਨ ਵੀ ਪਾਉਣਾ ਪਊ। ਤੇ ਪੰਜਾਬ ਦੇ ਭਲੇ ਲਈ ਜਿਹੜੇ ਸਹਿਰਦ ਲੋਕ ਨੇ, ਜਿਨ੍ਹਾਂ ਦੀ ਕੋਈ ਰੋਡ ਮੈਪ ਹੈ, ਜਿਹੜੇ ਪੰਜਾਬ ਲਈ ਕੁਝ ਕਰ ਸਕਣ ਦੀ ਸਮਰੱਥਾ ਰੱਖਦੇ ਆ, ਹੋ ਸਕਦਾ ਜੇ ਕੋਈ ਇੱਦਾਂ ਦੇ ਲੋਕਾਂ ਦੀ ਧਿਰ ਬਣਦੀ ਆ ਤੇ ਹੋ ਸਕਦਾ ਪੰਜਾਬ ਲਈ ਚੰਗਾ ਸੰਕੇਤ ਵੀ ਹੋ ਸਕਦੀ ਹੈ। ਬਹੁਤ ਬਹੁਤ ਸ਼ੁਕਰੀਆ ਸਾਨੀ ਸਾਹਿਬ। ਸੋ ਇਹ ਸਨ ਸਤਨਾਮ ਸਿੰਘ ਸਾਨੀ, ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਆ ਕਿ ਪਹਿਲੀ ਗੱਲ ਤਾਂ ਉਹ 700 ਤੋਂ ਵੱਧ ਜਿਹੜੇ ਸ਼ਹਾਦਤ ਪਾ ਗਏ ਨੇ ਕਿਸਾਨ ਇਸ ਅੰਦੋਲਨ ਦੇ ਵਿੱਚ, ਉਹਨਾਂ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾਏਗਾ। ਔਰ 22 ਦੀਆਂ ਚੋਣਾਂ ਦੇ ਵਿੱਚ ਜਦੋਂ ਇੱਕ ਕਿਸਾਨ ਵੋਟ ਕਰੇਗਾ, ਉਹ ਉਸ ਸ਼ਹਾਦਤ ਨੂੰ ਪਹਿਲਾਂ ਯਾਦ ਰੱਖੇਗਾ ਤੇ ਉਹਦੇ ਤੋਂ ਬਾਅਦ ਵੋਟ ਕਰੇਗਾ। ਪਰ ਜੇ ਸਿਆਸੀ ਪਾਰਟੀ ਧਿਰ ਬਣਨ ਦੀ ਕੋਸ਼ਿਸ਼ ਕਰਦੀਆਂ ਨੇ ਜਥੇਬੰਦੀਆਂ, ਤੇ ਉਹ ਵੀ ਉਹਨਾਂ ਹਾਲਾਤਾਂ 'ਚ ਹੋਏਗਾ ਜੇ ਪੰਜਾਬ ਦੇ ਲੋਕ ਕਹਿਣਗੇ ਕਿ ਨਹੀਂ, ਸਾਨੂੰ ਕਿਸਾਨਾਂ ਦੀ ਇੱਕ ਸਿਆਸੀ ਪਾਰਟੀ ਚਾਹੀਦੀ ਹੈ ਜਿਹੜੀ ਆਪ ਸੱਤਾ 'ਚ ਆਵੇ ਤੇ ਸਾਡੇ ਪੱਖ ਦੇ ਕਾਨੂੰਨ ਬਣਾਵੇ, ਤਾਂ ਫਿਰ ਜਥੇਬੰਦੀਆਂ ਕੋਈ ਨਵੀਂ ਪਾਰਟੀ ਬਣਾਉਣ ਦੀ ਕਵਾਇਦ ਵੀ ਵਿੱਢ ਸਕਦੀਆਂ ਨੇ। ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਦੇ ਵਿੱਚੋਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਸਾਰਥਕ ਹੋ ਪਾਉਂਦੀਆਂ ਨੇ। ਪਰ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਕਿ ਅੰਦੋਲਨ ਇਸ ਸਮੇਂ ਉਸ ਮੁਕਾਮ ਤੇ ਲਗਭਗ ਪਹੁੰਚ ਚੁੱਕਾ ਆ ਜਿੱਥੋਂ ਐਨ ਕੋਣੀ ਮੋੜ ਆ। ਇੱਥੋਂ ਕੋਣੀ ਮੋੜ ਤੋਂ ਜਥੇਬੰਦੀਆਂ ਜੇ ਮੰਗ ਮੰਨ ਲਈ ਜਾਂਦੀ ਤੇ ਵਾਪਸ ਵੀ ਆ ਸਕਦੀਆਂ ਨੇ, ਤੇ ਜੇ ਮੰਗਾਂ ਦੇ ਉੱਤੇ ਕਿਤੇ ਢਿੱਲ ਮੱਠ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਤੇ ਇਹ ਅੰਦੋਲਨ ਇੱਥੇ ਹੀ ਲਗਾਤਾਰ ਜਾਰੀ ਵੀ ਰਹਿ ਸਕਦਾ ਆ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਫਗਵਾੜਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।